ਇੱਕ ਬਾਣੀ ਦਾ ਖਾਸ ਮੁਲਾਕਾਤ ਪ੍ਰੋਗਰਾਮ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਤੁਹਾਡੇ ਆਪਣੇ ਮੇਜ਼ਬਾਨ ਡਾਕਟਰ ਹਰਸਿਮਰਨ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਸ ਮੁਲਾਕਾਤ ਪ੍ਰੋਗਰਾਮ ਅਧੀਨ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਜੰਮੂ ਕਸ਼ਮੀਰ ਦੀਆਂ ਵੱਖੋ ਵੱਖਰੀਆਂ ਸਿੱਖ ਸ਼ਖਸੀਅਤਾਂ ਦੇ ਰੂਬਰੂ ਕਰਾਉਂਦੇ ਰਹੀਏ। ਅੱਜ ਉਸੇ ਮੁਹਿੰਮ ਦੇ ਤਹਿਤ ਮੇਰੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਸੁਚਵੰਤ ਸਿੰਘ ਜੀ, ਜੋ ਕਿ ਖੇਤੀਬਾੜੀ ਵਿਭਾਗ ਤੋਂ ਬਤੌਰ ਡਾਇਰੈਕਟਰ ਸੇਵਾ ਮੁਕਤ ਹੋਏ ਨੇ, ਜੋ ਕਿ ਪਿਛਲੇ ਕਈ ਵਰਿਆਂ ਤੋਂ ਜਿਹੜੇ ਕਿ ਰਿਫਿਊਜੀ ਨੇ, ਮੈਂ ਖਾਸ ਤੌਰ ਤੇ ਕਹਾਂ ਜਿਹੜੇ POJK ਦੇ ਰਿਫਿਊਜੀ ਨੇ, ਉਹਨਾਂ ਦੀ ਆਰਥਿਕ ਸਹਾਇਤਾ ਲਈ, ਉਹਨਾਂ ਦੇ ਪੁਨਰ ਵਸੇਵੇ ਲਈ ਨਿਰੰਤਰ ਕਾਰਜ ਕਰਦੇ ਆ ਰਹੇ ਨੇ। ਆਓ ਉਹਨਾਂ ਤੋਂ ਪੁੱਛਦੇ ਹਾਂ ਕਿਹੋ ਜਿਹੇ ਇਹ ਕਾਰਜ ਕਰ ਰਹੇ ਨੇ, ਕੀ ਮੁਸ਼ਕਲਾਤਾਂ ਆ ਰਹੀਆਂ ਨੇ, ਕਿਵੇਂ ਇਹ ਸਰਕਾਰ ਨਾਲ ਨਿਰੰਤਰ ਤੌਰ ਤੇ ਪਰਸਪਰ ਨੇੜਤਾ ਰੱਖ ਰਹੇ ਨੇ ਤਾਂ ਕਿ ਇਹ ਮਸਲੇ ਹੱਲ ਹੋ ਸਕਣ। ਮੈਂ ਸਭ ਤੋਂ ਪਹਿਲਾਂ ਤੁਹਾਨੂੰ ਜੀ ਆਇਆਂ ਆਖਦਾ। ਕਿਵੇਂ ਇਹ ਮਸਲੇ ਤੁਸੀਂ ਚੁੱਕ ਰਹੇ ਹੋ? ਕੀ ਖਿਆਲ ਆਇਆ ਕਿ ਕਿਵੇਂ ਜਿਹੜੇ POJK ਦੇ ਜਿਹੜੇ ਮਸਲਾ ਹੈ, ਖਾਸ ਕਰਕੇ ਜਿਹੜੇ ਉੱਥੋਂ ਦੇ ਜਿਹੜੇ ਰਿਫਿਊਜੀ ਲੋਕ ਨੇ ਜਿਨ੍ਹਾਂ ਦੇ ਪੁਨਰ ਵਸੇਵੇ ਦੀ ਗੱਲ ਅੱਜ ਤੋਂ 75 ਸਾਲ ਤੋਂ ਨਿਰੰਤਰ ਚੱਲਦੀ ਆ ਰਹੀ ਹੈ, ਕਿਵੇਂ ਸੋਚਦੇ ਹੋ ਮਸਲੇ ਹੱਲ ਹੋ ਸਕਦੇ ਨੇ? ਤੁਹਾਡਾ ਕਿਹੋ ਜਿਹਾ ਉਪਰਾਲਾ ਰਿਹਾ ਹੈ? ਦੇਖੋ, ਸਾਡੇ ਤੋਂ ਪਹਿਲਾਂ ਵੀ ਬਹੁਤ ਸਾਰੇ ਜਥੇਬੰਦੀਆਂ, ਬਹੁਤ ਸਾਰੀਆਂ ਆਰਗੇਨਾਈਜੇਸ਼ਨ, ਬਹੁਤ ਸਾਰੇ ਗਰੁੱਪ ਜਿਨ੍ਹਾਂ ਦੇ ਨਾਂ ਲਈਏ ਤਾਂ ਕਾਫੀ ਵੱਡੀ ਲੰਬੀ ਲਿਸਟ ਬਣ ਜਾਏਗੀ, ਇਸ ਮਸਲੇ ਨੂੰ ਲੈ ਕੇ ਭਾਰਤ ਸਰਕਾਰ ਨਾਲ ਗੱਲਬਾਤ ਕਰਦੇ ਰਹੇ। ਪਰ ਬਦਕਿਸਮਤੀ ਇਹ ਰਹੀ ਹੈ ਕਿ ਇਸ ਦਾ ਕੋਈ ਖਾਸ ਠੋਸ ਹੱਲ ਜਿਹੜਾ ਸੀ ਉਹ ਸਾਹਮਣੇ ਆ ਨਹੀਂ ਸਕਿਆ। ਅਸੀਂ ਵੀ ਕਈ ਆਰਗੇਨਾਈਜੇਸ਼ਨਾਂ ਨਾਲ ਜੁੜੇ, ਅਸਾਂ ਦੇਖਿਆ ਕਿਧਰੇ ਤੇ ਕੋਈ ਪਰਸਨਲ ਗੱਲਾਂ ਆ ਜਾਂਦੀਆਂ ਸਨ, ਕਿਧਰੇ ਕੋਈ ਦੂਸਰੇ ਮਸਲੇ ਆ ਜਾਂਦੇ ਸਨ। ਅਸੀਂ ਫਿਰ ਇਹ ਇੰਡੀਪੈਂਡੈਂਟਲੀ ਆਪਣਾ ਕੰਮ ਸ਼ੁਰੂ ਕਰ ਦਿੱਤਾ ਅਤੇ ਅਸੀਂ ਜਿਉਂ-ਜਿਉਂ ਇਨਵਾਲਵ ਹੁੰਦੇ ਗਏ, ਜਿਉਂ-ਜਿਉਂ ਇਸ ਮਸਲੇ ਨੂੰ ਸਮਝਦੇ ਰਹੇ, ਅਸੀਂ ਸਰਕਾਰਾਂ ਨਾਲ ਇਸ ਮਸਲੇ ਨੂੰ ਬੜੇ ਪੂਰੇ ਜ਼ੋਰ ਸ਼ੋਰ ਨਾਲ ਚੁੱਕਣ ਦੀ ਕੋਸ਼ਿਸ਼ ਕੀਤੀ। ਆਮ ਤੌਰ 'ਤੇ ਇੱਕ ਭਾਵਨਾ ਇਹ ਬਣੀ ਦੀ ਸੀ ਕਿ ਅਗਰ ਅਸੀਂ ਜਿਹੜੇ POJK ਤੋਂ ਆਏ ਦੇ DPs ਹਨ, ਡਿਸਪਲੇਸ ਪਰਸਨ, ਰਿਫਿਊਜੀ ਨਹੀਂ ਕਿਹਾ ਜਾ ਸਕਦਾ। ਰਿਫਿਊਜੀ ਅਸਲ ਵਿੱਚ ਉਹ ਹੁੰਦਾ ਜਿਹੜਾ ਇੱਕ ਮੁਲਕ ਤੋਂ ਦੂਸਰੇ ਮੁਲਕ ਜਾਏ। ਅਸੀਂ ਤਾਂ ਆਪਣੇ ਹੀ ਇੱਕ ਹਿੱਸੇ 'ਚ ਉੱਠ ਕੇ ਦੂਸਰੇ ਹਿੱਸੇ 'ਚ ਬੈਠੇ ਦੇ ਹਾਂ, ਅਤੇ ਉਹ ਕਹਿੰਦੇ ਸਨ ਕਿ ਅਗਰ ਅਸੀਂ ਇਹਨਾਂ ਨੂੰ ਇੱਥੇ ਵਸਾ ਦਈਏ, ਇਹਨਾਂ ਦੇ ਮਸਲੇ ਇੱਥੇ ਕਰ ਦਈਏ, ਅਤੇ ਉਹਨਾਂ ਦਾ ਕਲੇਮ ਜਿਹੜਾ ਸਾਡਾ ਪਿੱਛੇ ਕਲੇਮ ਹੈ ਉਸ ਹਿੱਸੇ ਨੂੰ ਅਸੀਂ ਆਪਣਾ ਮੰਨਦੇ ਹਾਂ, ਪਾਰਲੀਮੈਂਟ ਵੀ ਐਸਾ ਕਹਿੰਦੀ ਹੈ, ਰੈਜ਼ੋਲੂਸ਼ਨ ਵੀ ਐਸਾ ਕਹਿੰਦਾ, ਤਾਂ ਉਹ ਸਾਡਾ ਕਮਜ਼ੋਰ ਹੋ ਜਾਏਗਾ। ਇਸ ਤਰਕ 'ਤੇ ਗੌਰਮੈਂਟਾਂ ਚੱਲਦੀਆਂ ਰਹੀਆਂ। ਪਰ ਅਸੀਂ ਆ ਕੇ ਗੌਰਮੈਂਟ ਨੂੰ ਸਿਰਫ ਇੱਕੋ ਸਵਾਲ ਕੀਤਾ ਕਿ ਬਈ ਇੰਨੇ ਲੰਬਾ ਅਰਸਾ ਗੁਜ਼ਰ ਗਿਆ, ਸਾਡਾ ਤੁਸੀਂ ਵਸਾ ਨਹੀਂ ਕੀਤਾ, ਸਾਨੂੰ ਕਦੇ ਵਸਾਇਆ ਨਹੀਂ, ਸਾਨੂੰ ਰੀਹੈਬਲੀਟੇਟ ਨਹੀਂ ਕੀਤਾ। ਜੋ ਅਸੀਂ ਪਿੱਛੇ ਸਾਡੀ ਸਫਰਿੰਗ ਹੋਈ ਹੈ, ਜੀਨੋਸਾਈਡ ਅਸਾਂ ਜਿਹੜਾ ਫੇਸ ਕੀਤਾ ਹੈ, ਸਾਡੀਆਂ ਇਤਨੀਆਂ ਕਤਲੇਆਮ ਹੋਇਆ, ਬੱਚੇ ਯਤੀਮ ਹੋ ਗਏ, ਔਰਤਾਂ ਬੇਵਾ ਹੋ ਗਈਆਂ, ਇਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਰੀਹੈਬਲੀਟੇਟ ਕਰੋਗੇ? ਕਿਉਂ ਨਹੀਂ ਕਰੋਗੇ? ਅਤੇ ਇੱਕ ਸਾਹਮਣੇ ਚੀਜ਼ ਆਈ ਕਿ ਨਹੀਂ, ਇਹਨਾਂ ਨੂੰ ਕੁਛ ਨਾ ਕੁਛ ਤਾਂ ਦੇਣਾ ਚਾਹੀਦਾ। ਜਿਹੜੇ ਦੇਣ ਦੀ ਗੱਲ ਆਈ, ਉਹਦੇ ਵਿੱਚ ਛੋਟੇ ਮੋਟੇ ਕਈ ਪੈਕੇਜ ਆਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਨਹੀਂ। ਡਾਕਟਰ ਮਨਮੋਹਨ ਸਿੰਘ ਨੂੰ ਅਸੀਂ ਜਿਸਲੇ ਉਹਨਾਂ ਦੀ ਸਰਕਾਰ ਖਤਮ ਹੋਣ ਵਾਲੀ ਸੀ, ਉਸ ਤੋਂ ਥੋੜ੍ਹੀ ਦੇਰ ਪਹਿਲੇ ਹੀ ਉਹ ਸ਼੍ਰੀਨਗਰ ਆਏ। ਅਸੀਂ ਉਹਨਾਂ ਨੂੰ ਸ਼੍ਰੀਨਗਰ ਮਿਲੇ। ਸ਼੍ਰੀਨਗਰ ਮਿਲ ਕੇ ਅਸਾਂ ਡਾਕਟਰ ਸਾਹਿਬ ਨੂੰ ਇੱਕ ਗੱਲ ਯਾਦ ਕਰਾਈ ਕਿ ਤੁਸੀਂ ਆਪਣੀ ਪ੍ਰਾਈਮ ਮਿਨਿਸਟਰਸ਼ਿਪ ਸੰਭਾਲਣ ਤੋਂ ਪਹਿਲਾਂ ਸਿੰਬਲ ਕੈਂਪ ਵਿੱਚ ਆਏ ਸੋ, ਤੁਸੀਂ ਬੜੇ ਜ਼ੋਰ ਔਰ ਤਸ਼ੱਦਦ ਨਾਲ ਕਿਹਾ ਸੀ ਕਿ ਉਹ ਖੁਦ ਇੱਕ ਰਿਫਿਊਜੀ ਆ ਔਰ ਤੁਹਾਡਾ ਰਿਫਿਊਜੀਆਂ ਦਾ ਦਰਦ ਮੈਂ ਅੱਛੀ ਤਰ੍ਹਾਂ ਸਮਝਦਾ, ਰੀਹੈਬਲੀਟੇਟ ਕਰਾਂਗਾ। ਲੇਕਿਨ ਮੁਸ਼ਕਲ ਇਹ ਹੈ ਕਿ ਨਾ ਸਿਰਫ ਕਾਂਗਰਸ ਜਿੱਤੀ, ਬਲਕਿ ਕਾਂਗਰਸ ਨੇ ਹਕੂਮਤ ਬਣਾਈ ਸੈਂਟਰ ਵਿੱਚ, ਔਰ ਉਹਦੇ ਤੁਸੀਂ ਪ੍ਰਾਈਮ ਮਿਨਿਸਟਰ ਬਣੇ ਔਰ ਦੂਸਰੀ ਟਰਨ ਲੈ ਰਹੇ ਹੋ। ਤੁਸੀਂ ਦੱਸੋ ਸਾਨੂੰ ਤੁਸੀਂ ਕਦੋਂ ਰੀਹੈਬਲੀਟੇਟ ਕਰੋਗੇ? ਅਤੇ ਮੈਨੂੰ ਅੱਛੀ ਤਰ੍ਹਾਂ ਯਾਦ ਹੈ, ਬੜੇ ਲਰਨਡ ਪ੍ਰਾਈਮ ਮਿਨਿਸਟਰ ਰਹੇ, ਬਹੁਤ ਅੱਛੇ ਰਹੇ, ਸਾਫਟ ਸਪੋਕਨ ਹਨ। ਮੈਨੂੰ ਕੰਧੇ 'ਤੇ ਹੱਥ ਰੱਖ ਕੇ ਕਹਿਣ ਲੱਗੇ, ਹਾਂ ਗਲਤੀ ਹੋਈ ਹੈ, ਹੁਣ ਐਸਾ ਨਹੀਂ ਹੋਏਗਾ, ਅਸੀਂ ਤੁਹਾਨੂੰ ਰੀਹੈਬਲੀਟੇਟ ਕਰਾਂਗੇ। ਉਹਨਾਂ ਨੇ ਆਪਣੀ ਪਾਰਲੀਮੈਂਟਰੀ ਗਰੁੱਪ ਵਿੱਚ ਜਾ ਕੇ ਬੜੇ ਉਹਨਾਂ ਦੀ ਜਿਹੜੀ ਹਕੂਮਤ ਸੀ, ਕਾਂਗਰਸ ਔਰ ਨੈਸ਼ਨਲ ਕਾਨਫਰੰਸ ਦੀ ਅਲਾਇੰਸ, ਉਹਨਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਤੁਸੀਂ ਕਿਉਂ ਨਹੀਂ ਦਿੰਦੇ ਜਦ ਪੈਸਾ ਅਸਾਂ ਦੇਣਾ। ਅਤੇ ਉਹਨਾਂ ਨੂੰ ਇੱਕ ਪੈਕੇਜ ਬਣਾਉਣ ਵਾਸਤੇ ਕਿਹਾ ਗਿਆ। ਉਸ ਪੈਕੇਜ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਲੋਕਾਂ ਨੂੰ ਵੀ ਨਾਲ ਆਪਣੇ ਲਿਓ ਔਰ ਉਹਨਾਂ ਦੀ ਸਲਾਹ ਵੀ ਜ਼ਰੂਰ ਲਿਓ। ਅਸੀਂ ਉਹਨਾਂ ਨਾਲ ਬੈਠਦੇ ਰਹੇ, ਮੀਟਿੰਗਾਂ ਹੁੰਦੀਆਂ ਰਹੀਆਂ, ਇੱਕ ਪੈਕੇਜ ਤਿਆਰ ਹੋ ਗਿਆ, ਜਿਹੜਾ ਪੈਕੇਜ ਵਿੱਚ ਇਹ ਕਿਹਾ ਗਿਆ ਸੀ ਕਿ ਹਰ ਉਸ ਪਰਿਵਾਰ ਨੂੰ ਜਿਹੜਾ ਉਸ ਵਕਤ ਉੱਥੋਂ ਉਜੜ ਕੇ ਆਇਆ, ਉਹਨੂੰ 25 ਲੱਖ ਰੁਪਇਆ ਦਿੱਤਾ ਜਾਏਗਾ। ਉਹਨਾਂ ਦੇ ਬੱਚਿਆਂ ਨੂੰ ਸੈਂਟਰਲ ਗੌਰਮੈਂਟ ਸਰਵਿਸ ਵਿੱਚ ਰਿਜ਼ਰਵੇਸ਼ਨਾਂ ਦਿੱਤੀਆਂ ਜਾਣਗੀਆਂ। ਟੈਕਨੀਕਲ ਜਿਹੜੇ ਟੈਕਨੀਕਲ ਇੰਸਟੀਟਿਊਸ਼ਨਸ ਹਨ ਆਫ ਹਾਇਰ ਐਜੂਕੇਸ਼ਨ, ਉਹਦੇ 'ਚ ਉਹਨਾਂ ਨੂੰ ਬੱਚਿਆਂ ਨੂੰ ਰਿਜ਼ਰਵੇਸ਼ਨ ਦਿੱਤੀ ਜਾਏਗੀ, ਜਿਸ ਤਰ੍ਹਾਂ ਵੈਲੀ ਮਾਈਗਰੈਂਟ ਨੂੰ ਦਿੱਤਾ ਜਾਂਦਾ, ਔਰ ਫੈਮਿਲੀ ਦਾ ਰੀਕਾਊਂਟ ਹੋਏਗਾ। ਇਹ ਪੈਕੇਜ ਇੱਕ ਤਿਆਰ ਹੋ ਗਿਆ। ਲੇਕਿਨ ਸਟੇਟਾਂ ਦਾ ਆਪਣਾ ਕੰਮ, ਪੋਲੀਟਿਕਸ ਦਾ ਆਪਣਾ ਕੰਮ,
ਪੋਲਿਟਿਕਸ ਫਿਰ ਉੱਥੇ ਰੋਲ ਪਲੇ ਹੋਇਆ। ਇਹ ਪੈਕੇਜ ਜਿਹੜਾ ਸੀ ਪ੍ਰਾਈਮ ਮਿਨਿਸਟਰ ਉਹਨਾਂ ਦੇ ਆਉਂਦੇ ਆ ਪੈਕੇਜ ਭੇਜਿਆ ਨਹੀਂ ਗਿਆ, ਇਹ ਇੱਥੇ ਹੀ ਟਿਕਿਆ ਰਿਹਾ, ਇਹਨੂੰ ਇੱਧਰ ਉੱਧਰ ਹੀ ਫਾਈਲਾਂ ਚੱਲ ਘੁੰਮਦੀਆਂ ਰਹੀਆਂ, ਅਟਕ ਗਿਆ। ਇਹ ਉਹਨਾਂ ਦੀ ਹਕੂਮਤ ਚਲੀ ਗਈ, ਫਿਰ ਇਹਨਾਂ ਨੇ ਪੈਕੇਜ ਭੇਜਿਆ, ਉਹਦਾ ਮਤਲਬ ਕੋਈ ਨਹੀਂ ਰਿਹਾ। ਫਿਰ ਮੋਦੀ ਸਾਹਿਬ ਇੱਕ ਵਾਰੀ ਆਪਣਾ ਹਕੂਮਤ ਇੱਥੇ ਕਾਇਮ ਕਰਨ ਵਾਸਤੇ ਆ ਰਹੇ ਸਨ ਅਤੇ ਉਹਨਾਂ ਨੇ ਹੀਰਾਨਗਰ ਇੱਕ ਰੈਲੀ ਕਰਨੀ ਸੀ। ਮੈਨੂੰ ਕਿਸੇ ਨੇ ਸਲਾਹ ਦਿੱਤੀ ਕਿ ਤੁਸੀਂ ਉਹਨਾਂ ਨਾਲ ਡਾਇਰੈਕਟ ਟੈਲੀਫੋਨ 'ਤੇ ਗੱਲ ਕਰੋ। ਗੱਲ ਤਾਂ ਮੈਨੂੰ ਬੜੀ ਅਜੀਬ ਲੱਗੀ ਕਿ ਮੈਂ ਇੱਕ ਛੋਟਾ ਜਿਹੀ ਸ਼ਖਸੀਅਤ ਔਰ ਇਤਨੇ ਵੱਡੇ ਆਦਮੀ ਨੂੰ ਮੈਂ ਕਿਸ ਤਰ੍ਹਾਂ ਗੱਲ ਕਰਾਂ। ਅਤੇ ਮੈਂ ਚੁੱਕ ਕੇ ਨਾ, ਮੈਂ ਕਿਹਾ ਮੇਰੇ ਕੋਲ ਤਾਂ ਨੰਬਰ ਹੀ ਨਹੀਂ। ਉਹਨਾਂ ਮੈਨੂੰ ਨੰਬਰ ਵੀ ਦੇ ਦਿੱਤਾ, ਮੈਂ ਗੱਲ ਕੀਤੀ, ਇਹਨਾਂ ਨੇ ਟੈਲੀਫੋਨ ਚੁੱਕ ਲਿਆ। ਟੈਲੀਫੋਨ ਚੁੱਕਿਆ ਅਤੇ ਮੈਂ ਉਹਨਾਂ ਨੂੰ ਕਿਹਾ ਜੀ ਸਾਡਾ ਇਹ ਮਸਲਾ ਹੈ, 70 ਸਾਲ ਤੋਂ ਉੱਪਰ ਹੋ ਗਏ ਨੇ, 3 ਜਨਰੇਸ਼ਨਾਂ ਸਾਡੀਆਂ, ਤੀਸਰੀ ਜਨਰੇਸ਼ਨ ਵਿੱਚ ਅਸੀਂ ਆ ਗਏ ਹਾਂ, ਤੁਸੀਂ ਸਾਡੇ ਮਸਲੇ ਕਦੋਂ ਹੱਲ ਕਰੋਗੇ? ਉਸਨੇ ਕਿਹਾ ਜੀ ਮੈਨੂੰ ਤਾਂ ਕਿਸੇ ਨੇ ਦੱਸਿਆ ਹੀ ਨਹੀਂ। ਮੈਂ ਕਿਹਾ ਜੀ ਦੱਸਿਆ ਨਹੀਂ ਤਾਂ ਸਾਡਾ ਕਸੂਰ ਦੱਸੋ ਕਿੱਥੇ ਹੈ? ਉਹ ਪਾਰਟ ਤਾਂ ਜਿਹੜਾ ਪਾਰਟ ਅਸੀਂ ਛੱਡ ਕੇ ਆਏ ਹਾਂ, ਜਿੱਥੇ ਅਸੀਂ ਹਜ਼ਾਰਾਂ ਆਦਮੀ ਮਰਵਾ ਕੇ ਆਏ ਹਾਂ, ਜਿੱਥੇ ਖੂਨ ਖਰਾਬਾ ਹੋ ਚੁੱਕਿਆ ਦਾ, ਜਿੱਥੇ ਸਾਡੀਆਂ ਔਰਤਾਂ ਬੇਵਾ ਹੋ ਗਈਆਂ ਨੇ, ਬੱਚੇ ਯਤੀਮ ਹੋ ਗਏ ਨੇ, ਉਹ ਅੱਜ ਦਰ ਬਦਾਰਨ, ਉਹਨਾਂ ਨੂੰ ਕੋਈ ਰੋਜ਼ੀ ਰੋਟੀ ਦਾ ਜ਼ਰੀਆ ਨਹੀਂ। ਉਹਨਾਂ ਨੂੰ ਦੇਖ ਕੇ ਤੁਸੀਂ ਕੀ ਕਰੋਗੇ? ਉਹਨਾਂ ਕਿਹਾ ਤੁਸੀਂ ਹੀਰਾਨਗਰ ਰੈਲੀ 'ਚ ਆਓ, ਮੈਂ ਉੱਥੇ ਤੁਹਾਡੀ ਕੋਈ ਅਨਾਊਂਸਮੈਂਟ ਕਰਾਂਗਾ। ਉੱਥੇ ਉਹਨਾਂ ਨੇ ਬਹੁਤ ਜ਼ੋਰ ਨਾਲ ਕੀਤਾ ਕਿ ਅਸੀਂ ਤਾਂ ਇਹਨਾਂ ਨੂੰ ਇੱਕ ਪੈਕੇਜ ਦੇਵਾਂਗੇ। ਫਿਰ ਜਿਸਲੇ ਜੰਮੂ ਕਸ਼ਮੀਰ ਵਾਸਤੇ ਇੱਕ ਸਪੈਸ਼ਲ ਪੈਕੇਜ ਦੇਣ ਵਾਸਤੇ ਗਏ ਅਤੇ ਜਿਸ ਵਿੱਚ 80,000 ਕਰੋੜ ਦਾ ਪੈਕੇਜ ਉਹਨਾਂ ਨੇ ਦਿੱਤਾ ਸੀ, 8,000 ਕਰੋੜ ਦਾ, ਉਹਦੇ ਵਿੱਚ ਉਹਨਾਂ ਨੇ ਕਿਹਾ ਪਹਿਲੇ POJK ਦੇ DPs ਦਾ ਤੁਸੀਂ ਪੈਕੇਜ ਲੈ ਕੇ ਆਓ। ਲੇਕਿਨ ਸਾਡੀ ਸਟੇਟ ਗੌਰਮੈਂਟ ਬਿਲਕੁਲ ਤਿਆਰ ਨਹੀਂ ਸੀ, ਭਾਵੇਂ ਉਸ ਵਕਤ ਇਹਨਾਂ ਦੀ ਹਕੂਮਤ ਬਣ ਚੁੱਕੀ ਸੀ, ਕੋਈ ਡਾਟਾ ਇਹਨਾਂ ਦਿੱਤਾ, ਕੋਈ ਨਹੀਂ ਦਿੱਤਾ। ਲੇਕਿਨ ਇੱਕ 2,000 ਕਰੋੜ ਰੁਪਏ ਉਹਨਾਂ ਨੇ DPs ਵਾਸਤੇ ਦੇ ਦਿੱਤੇ, ਜਿਹਦਾ ਨਤੀਜਾ ਹੋਇਆ ਕਿ 5.5 ਲੱਖ ਰੁਪਇਆ ਫੀ ਫੈਮਿਲੀ। ਕਿਹੜੀ ਫੈਮਿਲੀ? ਜਿਹੜੀ 1947 'ਚ ਰਜਿਸਟਰ ਹੋਈ ਸੀ, ਨਾ ਕਿ ਜਿਹੜੀ ਹੁਣ ਰਜਿਸਟਰ ਹੈ। ਹਾਲਾਂਕਿ ਹੁਣ ਅਸੀਂ 3rd ਜਨਰੇਸ਼ਨ ਵਿੱਚ ਆ ਚੁੱਕੇ ਦੇ ਹਾਂ। ਉਹ ਉਹਨਾਂ ਨੇ ਸੈਂਕਸ਼ਨ ਕੀਤਾ, ਉਹ ਵੀ 307 ਰੁਪਇਆ 5.5 ਲੱਖ ਤੋਂ ਘੱਟ ਹੈ, ਸ਼ਾਰਟ ਹੈ, ਜਿਹੜਾ ਸਟੇਟ ਨੇ ਦੇਣਾ ਸੀ ਅੱਜ ਤੱਕ ਨਹੀਂ ਦਿੱਤਾ। ਫਿਰ ਇੱਕ ਪਾਰਲੀਮੈਂਟਰੀ ਕਮੇਟੀ ਬਣੀ ਹੋਮ ਅਫੇਅਰ ਦੀ, ਜਿਹੜੀ ਵੈਲੀ ਮਾਈਗਰੈਂਟਸ ਉਹਨਾਂ ਵਾਸਤੇ ਸੀ। ਅਸੀਂ ਕਿਸੇ ਤਰ੍ਹਾਂ ਕੋਸ਼ਿਸ਼ ਕਰਕੇ ਉਹਦੇ 'ਚ ਐਂਟਰੀ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਨੂੰ ਆਪਣਾ ਜਾ ਕੇ ਕੇਸ ਸਾਰਾ ਸਮਝਾਇਆ। ਗੋਸਵਾਮੀ ਸਾਹਿਬ ਜੀ ਉਹਨਾਂ ਦੇ ਨਾਲ ਹੋਮ ਸੈਕਟਰੀ ਸਨ। ਉਹਨਾਂ ਨੇ ਸਾਨੂੰ ਥੋੜ੍ਹੀ ਜਿਹੀ ਇੱਕ ਪ੍ਰਿਵਿਲੇਜ ਦਿੱਤੀ ਕਿ ਅਸੀਂ ਉਹਨਾਂ ਕੋਲ ਆਪਣਾ ਕੇਸ ਰੱਖ ਸਕੇ। ਉਹਨਾਂ ਨੇ ਕਿਹਾ ਜੀ ਸਬ ਕਮੇਟੀ ਆ ਰਹੀ ਹੈ ਜੰਮੂ, ਤੁਸੀਂ ਉਹਨੂੰ ਮਿਲੋ। ਇੱਥੇ ਆਏ, ਘੱਟੋ ਘੱਟ ਮੇਰਾ ਖਿਆਲ 20 ਕੇ 25 ਮੈਂਬਰ ਸਨ, BJP ਦੀ ਹੈਡਡ ਕਮੇਟੀ ਸੀ। ਅਸੀਂ ਉਹਦੇ ਕੋਲ ਗਏ, ਉਹਨਾਂ ਨੂੰ ਅਸਾਂ ਆਪਣਾ ਬਿਲਕੁਲ ਡਿਟੇਲ ਵਿੱਚ 22 ਅਕਤੂਬਰ 1947 ਜਦੋਂ ਪਹਿਲਾ ਹਮਲਾ ਮੁਜ਼ੱਫਰਾਬਾਦ 'ਤੇ ਟਰਾਈਬਲ ਦੇ ਨਾਂ ਦਾ ਹੋਇਆ, ਉੱਥੋਂ ਲੈ ਕੇ ਅੱਜ ਤੱਕ ਦੇ ਸਟੇਟਸ, ਅੱਜ ਤੱਕ ਦੀ ਸਿਚੁਏਸ਼ਨ, ਅੱਜ ਤੱਕ ਦੀ ਸਫਰਿੰਗ ਦੱਸੀਆਂ। ਤਾਂ ਉਹ ਕਹਿਣ ਲੱਗੇ ਬਈ ਮਸਲਾ ਤਾਂ ਇਹਨਾਂ ਦਾ, ਅਸੀਂ ਵੈਲੀ ਮਾਈਗਰੈਂਟ ਪਿੱਛੇ ਕਿੱਥੇ ਲੱਗੇ ਰਹੇ ਹਾਂ। ਉਹਨਾਂ ਨੇ ਆਪਣੀ ਰਿਪੋਰਟ ਵੈਲੀ ਮਾਈਗਰੈਂਟ 'ਤੇ ਦਿੱਤੀ, ਲੇਕਿਨ ਇੱਕ ਸਪਲੀਮੈਂਟਰੀ ਰਿਪੋਰਟ POJK DPs ਦੇ ਵੀ ਦਿੱਤੀ। ਔਰ ਉਹ ਰਿਪੋਰਟ ਜਿਹੜੀ POJK DPs ਦੇ ਦਿੱਤੀ, ਉਹ ਇੱਕ ਬਹੁਤ ਅੱਛਾ ਡਾਕੂਮੈਂਟ ਬਣਿਆ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਫਿਲਹਾਲ ਐਜ਼ ਏ ਇੰਟਰਮ ਰਿਲੀਫ 3 ਲੱਖ ਰੁਪਇਆ ਪਰ ਫੈਮਿਲੀ ਤੋਂ, ਇੰਟਰਮ ਰਿਲੀਫ, ਪਰਮਾਨੈਂਟ ਸੈਟਲਮੈਂਟ ਨਹੀਂ। ਇਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਜਿਹੜੀਆਂ ਸਰਕਾਰੀ ਨੇ ਉਹਨਾਂ ਨੂੰ ਪੂਰਾ ਦਿਓ, ਇਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਦਿਓ, ਇਹਨਾਂ ਦੇ ਬੱਚਿਆਂ ਨੂੰ ਟੈਕਨੀਕਲ ਇੰਸਟੀਟਿਊਸ਼ਨਾਂ ਵਿੱਚ ਰਿਜ਼ਰਵੇਸ਼ਨ ਦਿਓ, ਤਾਂ ਕਿ ਸ਼ਰਾਬੀ ਕਬਾਬੀ ਹੋ ਕੇ ਡਰਾਈਵਰ ਨਾ ਮਰਨ ਜਾਂ ਦੂਸਰੀਆਂ ਬਿਮਾਰੀਆਂ ਨਾਲ ਨਾ ਮਰਨ। ਤਾਂ ਉਹ ਪੈਕੇਜ ਇੱਕ ਸਾਹਮਣੇ ਆਇਆ। ਲੇਕਿਨ ਬਦਕਿਸਮਤੀ ਦੀ ਗੱਲ ਹੈ, ਉਹ 5.5 ਲੱਖ ਦੇ ਪੈਕੇਜ ਤੋਂ ਬਾਅਦ ਅੱਜ ਤੱਕ ਉਸ 'ਤੇ ਵੀ ਕੋਈ ਜ਼ਿਆਦਾ ਅਮਲ ਨਹੀਂ ਹੋਇਆ, ਹਾਲੇ ਵੀ ਉਸ ਨੂੰ ਲੱਗੇ ਦੇ ਆ। ਦੇਖੋ ਸਾਡੀਆਂ ਬਸਤੀਆਂ, ਤੁਸੀਂ ਜੰਮੂ ਤੋਂ ਸ਼ੁਰੂ ਹੋ ਜਾਓ ਅਤੇ ਸੁਚੇਤਗੜ੍ਹ ਤੱਕ ਚਲੇ ਜਾਓ, ਸਾਰੀ ਰੇਲਵੇ ਪਟੜੀ ਜਿਹੜੀ ਹੈ ਰਫੂਜੀ ਬਸਤੀਆਂ ਨਾਲ ਭਰੀ ਪਈ ਹੈ। ਇਹਨਾਂ ਦੇ ਬਸਤੀਆਂ ਦੀ ਰੈਗੂਲਰਾਈਜੇਸ਼ਨ ਨਹੀਂ, ਮਕਾਨ ਤਾਂ ਅਸਾਂ ਬਣਾ ਲਏ, ਮਿਹਨਤ ਤੇ ਲੋਕਾਂ ਨੇ ਕਰ ਲਈ, ਬੜੀਆਂ ਅੱਛੀਆਂ ਬਿਲਡਿੰਗਾਂ ਆ ਗਈਆਂ, ਨਾ ਸਾਡੀ ਮਲਕੀਅਤ ਹੈ, ਨਾ ਅਸੀਂ ਉਹਨੂੰ ਮਾਰਗੇਜ ਕਰਕੇ ਆਪਣੇ ਬੱਚਿਆਂ ਦੇ ਪੜ੍ਹਾਉਣ ਵਾਸਤੇ ਲੋਨ ਲੈ ਸਕਦੇ ਹਾਂ, ਨਾ ਅਸੀਂ ਉੱਥੋਂ ਲੋਨ ਲੈ ਕੇ ਕਿਸੇ ਹੋਰ ਕੰਮ ਕਰ ਸਕਦੇ ਹਾਂ, ਨਾ ਵੇਚ ਸਕਦੇ ਹਾਂ, ਨਾ ਅਸੀਂ ਆਪਣੇ ਬੱਚਿਆਂ ਡਿਵਾਈਡ ਕਰ ਸਕਦੇ ਹਾਂ। ਇਹ ਸਾਡੀ ਸਥਿਤੀ ਬਣੀ ਦੀ ਹੈ ਜੀ। ਇੱਕ ਗੱਲ ਤੇ ਇੱਥੇ ਇਹ ਵੀ ਸਵਾਲ ਉੱਠਦਾ ਕਿ ਫਿਰ ਸਾਨੂੰ ਵੀ ਇਹ ਦੇਖਣਾ ਪਏਗਾ ਕਿ ਸਾਡੇ ਜਿਹੜੀ ਆਪਣੀ ਕੁਵਤ ਸੀ ਜਾਂ ਸਾਡੀ ਜਿਹੜੀ ਪ੍ਰਬੰਧਕੀ ਢਾਂਚਾ ਸੀ, ਚਾਹੇ ਉਹ ਗੁਰਦੁਆਰਾ ਕਮੇਟੀਆਂ ਹੋਣ, ਚਾਹੇ ਜਿਹੜੀ ਸਾਡੇ ਨਿੱਜੀ ਅਦਾਰੇ ਹੋਣ, ਕਿ ਉਹਨਾਂ ਦਾ ਵੀ ਕੋਈ ਫਰਜ਼ ਨਹੀਂ ਸੀ ਬਣਦਾ ਕਿ
ਕਿ ਇਸ ਪਾਸੇ ਕੋਈ ਖਾਸਾ ਧਿਆਨ ਦਿੱਤਾ ਜਾਏ? ਕਿਹੋ ਜਿਹੇ ਮਸਲੇ ਰਹੇ ਕਿ ਉਹਨਾਂ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ? ਇਹ ਸਾਰੀ ਤੁਹਾਡੀ ਗੱਲਬਾਤ ਉਤੇ ਇੰਝ ਹੀ ਲੱਗਦਾ। ਦੇਖੋ ਕਿਉਂਕਿ ਇਹ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਜਿੱਥੇ ਤੱਕ ਤਾਲੁਕ ਹੈ, ਬੇਸ਼ੱਕ ਉਹਨਾਂ ਦਾ ਇੱਕ ਰੋਲ ਹੋਣਾ ਚਾਹੀਦਾ ਸੀ ਕਿ ਉਹ ਆਪਣੀ ਕਮਿਊਨਿਟੀ ਦੇ ਜਿਹੜੇ ਸਫਰਿੰਗ ਹਨ, ਆਪਣੀ ਕਮਿਊਨਿਟੀ ਦੇ ਲੋਕ ਜਿਹੜੇ ਇਹਨਾਂ ਮੁਸ਼ਕਲਾਂ ਨੂੰ ਦੋ ਚਾਰ ਹਨ, ਉਹਨਾਂ ਬਾਰੇ ਕੁਝ ਗੱਲ ਕਰਦੇ। ਪਰ ਇੱਥੇ ਸਿਰਫ ਸਿੱਖ ਕਮਿਊਨਿਟੀ ਦਾ ਕੰਮ ਨਹੀਂ ਸੀ। ਜਿਹੜੇ DPs ਉੱਥੋਂ ਆਏ ਦੇ ਨੇ, ਲਗਭਗ 70% ਦੇ ਕਰੀਬ ਉਹ ਨਾਨ ਸਿੱਖ ਹਨ, 30% ਦੇ ਕਰੀਬ ਸਿੱਖ ਹਨ। ਇਹ ਤੇ ਜਦ ਤੱਕ ਮਿਲੀ ਜੁਲੀ ਇੱਕ ਕੋਈ ਸਾਹਮਣੇ ਸੰਸਥਾਵਾਂ ਨਾ ਆਉਣ, ਇਹ ਕੰਮ ਨਾ ਕਰਨ, ਤੇ ਇਹ ਹੋ ਨਹੀਂ ਸਕਦਾ ਸੀ। ਕਈ ਸੰਸਥਾਵਾਂ ਆਈਆਂ, ਜਿਸ ਤਰ੍ਹਾਂ ਜ਼ਮੀਨ ਦੀ ਕਮੀਆਂ ਦੇ ਕੇਸ ਆਏ, ਉਹ ਕੈਪਟਨ ਸਾਹਿਬ ਇੱਕ ਸਨ, ਦੂਸਰੇ ਗਰੁੱਪ ਸਨ, ਉਹਨਾਂ ਨੇ ਕੀਤਾ, ਤੁਹਾਨੂੰ ਜ਼ਮੀਨਾਂ ਦੇ ਕਮੀਆਂ ਦਾ ਕੁਝ ਪੈਸਾ ਮਿਲਿਆ। ਕਮੀਆਂ ਦਾ ਪੈਸਾ ਦੇਣ ਲੱਗੇ, ਛੰਭ ਵਾਲਿਆਂ ਨੂੰ ਜ਼ਿਆਦਾ, ਸਾਨੂੰ ਜ਼ਿਆਦਾ। ਅਸਾਂ ਪਕੜਿਆ ਭਈ ਉਹਨਾਂ ਦੀ ਜ਼ਮੀਨ ਵਿੱਚ ਕੋਈ ਸੋਨਾ ਸੀ, ਸਾਡੇ ਚਾਂਦੀ ਸੀ, ਤੁਸੀਂ ਬਰਾਬਰ ਕਰੋ, ਉਹ ਦਿੱਤੀ। ਲੇਕਿਨ ਲੋਕਾਂ ਨੇ ਉਹ ਲੈਣ ਤੋਂ ਵੀ ਇਨਕਾਰ ਕਰਤਾ, ਕਿਉਂਕਿ ਕਹਿਣ ਲੱਗੇ ਐਫੀਡੇਵਿਟ ਦੇ ਦਿਓ, ਇਹ ਲੈ ਕੇ ਅਸੀਂ ਕੁਝ ਹੋਰ ਨਹੀਂ ਕਲੇਮ ਕਰਾਂਗੇ। ਲੋਕਾਂ ਨੇ ਕਿਹਾ ਅਸੀਂ ਐਸਾ ਨਹੀਂ ਕਰਾਂਗੇ। ਉਹ ਵੀ ਹਾਲੇ ਕੁਝ ਪੈਸਾ ਅਨਸਪੈਂਟ ਇਹਨਾਂ ਕੋਲ ਪਏ ਦਾ, ਕਈ ਲੋਕਾਂ ਨੇ ਉਹ ਪੈਸਾ ਥੋੜ੍ਹਾ ਬਹੁਤਾ ਲਿਆ। ਇਹ ਸਿਲਸਿਲਾ ਚੱਲਦਾ ਹੈ। ਉਹ ਪਿੱਛੇ ਇੱਕ ਮੂਵਮੈਂਟ ਚੱਲੀ ਕਿ ਇੱਕ ਓਲਡ ਹੈਰੀਟੇਜ ਰੇਲਵੇ ਲਾਈਨ ਜਿਹੜੀ ਹੈ ਜੰਮੂ ਤੋਂ ਲੈ ਕੇ ਸੁਚੇਤਗੜ੍ਹ ਜਾਏਗੀ, ਅਸੀਂ ਉਹ ਬਣਾਉਣੇ ਜਾ ਰਹੇ ਹਾਂ। ਅਗਰ ਉਹ ਬਣਾਉਂਦੇ ਤਾਂ ਸਾਡੀਆਂ ਸਾਰੀਆਂ ਬਸਤੀਆਂ ਉੱਡ ਜਾਣੀਆਂ ਸਨ। ਅਸਾਂ ਬੜਾ ਜ਼ੋਰ ਸ਼ੋਰ ਨਾਲ ਉਸ ਕੰਮ ਨੂੰ ਚੁੱਕਿਆ, ਉਹ ਕੰਮ ਥੋੜ੍ਹਾ ਠੰਡਾ ਪਿਆ। ਹੁਣ ਵੀ ਅਸੀਂ ਲੱਗੇ ਦੇ ਹਾਂ ਕਿ ਬਾਈ ਜਦ ਤੱਕ ਤੁਸੀਂ ਸਾਨੂੰ ਕੰਪਲੀਟਲੀ ਐਜ਼ ਪਰ ਪਾਰਲੀਮੈਂਟਰੀ ਪੈਨਲ ਜਿਹੜਾ ਹੈ ਉਹਦੀ ਰਕਮੋਡੇਸ਼ਨ ਦੇ ਮੁਤਾਬਕ ਸੈਟਲ ਨਹੀਂ ਕਰਦੇ, ਇਹ ਸਾਡਾ ਜਿਹੜਾ ਮੁੱਦਾ ਹੈ ਇਹ ਜ਼ਿੰਦਾ ਰਹੇਗਾ। ਇਸ ਨੂੰ ਅਸੀਂ ਚਲਾਉਂਦੇ ਰਹਾਂਗੇ, ਇਹਦੇ 'ਤੇ ਜਦੋਜਹਿਦ ਕਰਦੇ ਰਹਾਂਗੇ, ਔਰ ਅਸੀਂ ਉਹ ਅੱਜ ਵੀ ਕਰ ਰਹੇ ਹਾਂ। ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਰਕਮੋਡੇਸ਼ਨ ਜਿਹੜੀਆਂ ਉਸ ਪਾਰਲੀਮੈਂਟਰੀ ਕਮੇਟੀ ਨੇ ਦਿੱਤੀਆਂ ਹਨ, ਉਹ ਸਰਕਾਰ ਇਹਨੂੰ ਮੰਨੇ। ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਕਈ ਮਸਲੇ ਤੁਸੀਂ ਚੁੱਕਣ ਦੀ ਨਿਰੰਤਰ ਕੋਸ਼ਿਸ਼ ਕਰ ਰਹੇ ਹੋ, ਸਰਕਾਰ ਦੇ ਅੱਗੇ ਨਿਰੰਤਰ ਤੁਹਾਡਾ ਇੱਕ ਯਤਨ ਰਿਹਾ ਕਿ ਇਹ ਜਿਹੜਾ POJK ਦੇ ਜਿਹੜੇ ਉਜੜੇ ਹੋਏ ਲੋਕ ਨੇ, ਉਹਨਾਂ ਦਾ ਜਿਹੜਾ ਪੁਨਰ ਵਸੇਬੇ ਦੀ ਗੱਲ ਹੈ ਜਾਂ ਉਹਨਾਂ ਨੂੰ ਜਿਹੜੀ ਸਰਕਾਰ ਵੱਲੋਂ ਮਾਲੀ ਸਹਾਇਤਾ, ਆਰਥਿਕ ਮਦਦ ਦਿੱਤੀ ਜਾਏ, ਉਸ ਸੰਬੰਧੀ ਤੁਸੀਂ ਗੱਲ ਕਰ ਰਹੇ ਹੋ। ਲੇਕਿਨ ਜਿਹੜੀ ਅਜੋਕੀ ਪੀੜ੍ਹੀ ਹੈ, ਮੈਂ ਖਾਸ ਕਰਕੇ ਜੰਮੂ ਕਸ਼ਮੀਰ ਦੇ ਸਿੱਖ ਸਮਾਜ ਦੀ ਜਿਹੜੀ ਅਜੋਕੀ ਪੀੜ੍ਹੀ ਹੈ, ਜਿਹਨੂੰ ਕਹਿ ਲਓ ਨਵੀਨ ਪੀੜ੍ਹੀ ਹੈ ਜਿਹੜੀ, ਉਸ ਨੂੰ ਇਸ ਮਸਲੇ ਪ੍ਰਤੀ ਕੋਈ ਖਾਸ ਰੁਝਾਨ ਤਾਂ ਹੈ ਨਹੀਂ, ਨਾ ਹੀ ਇਹ ਦੇਖਣ ਨੂੰ ਮਿਲਦਾ। ਤੁਸੀਂ ਆਪਣੇ ਤੌਰ 'ਤੇ, ਜ਼ਾਤੀ ਤੌਰ 'ਤੇ ਜਾਂ ਸੰਸਥਾਵਾਂ ਦੇ ਤੌਰ 'ਤੇ ਦੇਖਿਆ ਜਾ ਸਕਦਾ, ਪਰ ਜਿਹੜੀ ਨਵੀਂ ਪੀੜ੍ਹੀ ਹੈ, ਜਿਹੜੇ ਚਾਹੇ ਉਹ ਬਾਹਰਲੇ ਮੁਲਕਾਂ ਵੱਲ ਪ੍ਰਵਾਸ ਕਰ ਰਹੀ ਹੈ, ਉੱਥੇ ਜਾ ਕੇ ਬਸਣ ਦੀ ਕੋਸ਼ਿਸ਼ ਕਰ ਰਹੀ ਹੈ, ਜਾਂ ਨਵੀਆਂ ਜਿਨ੍ਹਾਂ ਵਿੱਚ ਰੁਝਾਨ ਪੈਦਾ ਹੋ ਰਹੇ ਨੇ, ਨਵੇਂ ਵਿਦਿਅਕ ਰੁਝਾਨ ਪੈਦਾ ਹੋ ਰਹੇ ਨੇ, ਆਰਥਿਕ ਰੁਝਾਨ ਪੈਦਾ ਹੋ ਰਹੇ ਨੇ, ਉਹਨਾਂ ਪੀੜ੍ਹੀਆਂ ਵਾਸਤੇ ਕੀ ਇਹ ਇੱਕ ਵੱਡਾ ਮਸਲਾ ਹੈ? ਕਿਉਂਕਿ ਉਹ ਪੀੜ੍ਹੀ ਇਸ ਮਸਲੇ ਵੱਲ ਕੋਈ ਖਾਸਾ ਧਿਆਨ ਤਾਂ ਦੇ ਨਹੀਂ ਰਹੀ। ਉਹ ਆਪਣੀ ਵਸੇਬੇ ਲਈ ਜਾਂ ਇੰਝ ਕਹਿ ਲਓ ਆਪਣੀ ਆਰਥਿਕ ਹਾਲਤ ਨੂੰ ਸੁਧਾਰਨ ਦੀ ਹੀ ਪਹਿਲ ਕਦਮੀ ਕਰ ਰਹੀ ਹੈ, ਆਪਣੇ ਰੋਜ਼ਗਾਰ ਦੇ ਸਾਧਨ ਲੈਣ ਦੀ ਜ਼ਿਆਦਾ ਕੋਸ਼ਿਸ਼ ਕਰ ਰਹੀ ਹੈ। ਇਹ ਮਸਲਾ ਉਸ ਪੀੜ੍ਹੀ ਲਈ ਕੋਈ ਖਾਸ ਇੱਕ ਰੁਝਾਨ ਵਾਲਾ ਮਸਲਾ ਨਹੀਂ ਬਣਾ। ਇਸ ਬਾਰੇ ਕੀ ਖਿਆਲ? ਦੇਖੋ ਇਹ ਜਿਹੜੀ ਤੁਸੀਂ ਚੀਜ਼ ਕਹੀ ਹੈ, ਇਹ ਬਿਲਕੁਲ 100% ਸਹੀ ਹੈ। 100% ਸਹੀ ਇਸ ਕਰਕੇ ਹੈ ਕਿ ਜਿਹੜੀ ਅੱਜ ਦੀ ਪੀੜ੍ਹੀ ਹੈ, ਉਸਨੇ ਉਹ ਕਸ਼ਟ, ਉਹ ਕਤਲੇਆਮ, ਉਹ ਦੁਰਦਸ਼ਾ, ਉਹ ਸਾਡਾ ਉਜੜ ਕੇ ਆਉਣਾ, ਫਿਰ ਇੱਥੇ ਆ ਕੇ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਐਸਟੈਬਲਿਸ਼ ਕਰਨਾ, ਵਸਣਾ, ਵਸਾਉਣਾ, ਔਰ ਇੱਕ ਸਮਾਜ ਵਿੱਚ ਅੱਛੀ ਜਗ੍ਹਾ ਸਟੇਟਸ ਹਾਸਲ ਕਰਨ ਵਿੱਚ ਉਸ ਪੀੜ੍ਹੀ ਦਾ ਰੋਲ ਨਹੀਂ। ਇਸ ਵਕਤ ਜਿਹੜੀ ਯੰਗ ਸਾਡੀ ਪੀੜ੍ਹੀ ਹੈ, ਉਹਦਾ ਰੋਲ ਆ ਉਹਦਾ ਫਿਊਚਰ। ਔਰ ਜੋ ਸੋਚ ਰਹੇ ਨੇ ਬਹੁਤ ਹੱਦ ਤੱਕ ਉਹ ਬਿਲਕੁਲ ਠੀਕ ਸੋਚ ਰਹੇ ਨੇ। ਠੀਕ ਇਸ ਵਾਸਤੇ ਸੋਚ ਰਹੇ ਨੇ ਕਿਉਂਕਿ ਉਹਨਾਂ ਨੇ ਆਪਣਾ ਕੱਲ੍ਹ ਦਾ ਫਿਊਚਰ ਸੋਚਣਾ। ਉਹਨਾਂ ਦਾ ਠੀਕ ਹੈ, ਇੱਥੇ ਤੁਹਾਨੂੰ ਥੋੜ੍ਹੀ ਆਰਥਿਕ ਸਹਾਇਤਾ ਮਿਲ ਜਾਏਗੀ, ਤੁਹਾਡੇ ਬਸਤੀਆਂ ਰੈਗੂਲਰਾਈਜ਼ ਸ਼ਾਇਦ ਹੋ ਜਾਣਗੀਆਂ, ਦੂਸਰੀ, ਲੇਕਿਨ ਹਰ ਜਗ੍ਹਾ ਤੁਸੀਂ ਜਾ ਕੇ ਦੇਖੋਗੇ ਕਿ ਜਦ ਤੱਕ ਪੁਰਾਣੀ ਲੋਕ ਜਿਹੜੇ ਬੈਠੇ ਦੇ ਨੇ, ਜਿਹੜੀਆਂ ਸਾਡੀਆਂ ਸੰਸਥਾਵਾਂ ਹਨ, ਜਿਹੜੀਆਂ ਸਾਡੀਆਂ ਗੁਰਦੁਆਰਾ ਕਮੇਟੀਆਂ ਨੇ ਜਾਂ ਦੂਸਰੀਆਂ ਆਰਗੇਨਾਈਜੇਸ਼ਨ ਇਹ ਕੰਮ ਨਹੀਂ ਕਰਨਗੀਆਂ, ਇਹ ਸਾਡਾ ਕੰਮ ਜਿਹੜਾ ਇਸ ਤਰ੍ਹਾਂ ਹੀ ਲਟਕਿਆ ਰਹੇਗਾ, ਅਧੂਰਾ ਰਹੇਗਾ। ਅਸੀਂ ਆਪਣੀ ਅੱਜ ਦੀ ਜਨਰੇਸ਼ਨ ਵਾਸਤੇ ਉਹ ਕੰਮ ਜਿਹੜਾ ਨਾ ਪੂਰਾ ਨਹੀਂ ਕਰ ਸਕਾਂਗੇ। ਔਰ ਕਿਧਰੇ ਨਾ ਕਿਧਰੇ ਉਸ ਦੀ ਜਿਹੜੀ ਕਮੀ ਹੈ, ਉਸ ਵਾਸਤੇ ਸਾਨੂੰ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਉਣਾ ਪਏਗਾ, ਨਾ ਕਿ ਅੱਜ ਦੀ ਪੀੜ੍ਹੀ ਦਾ। ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਸਰਕਾਰ ਨਾਲ ਤੁਸੀਂ ਕਿਉਂਕਿ ਨਿਰੰਤਰ ਤੌਰ 'ਤੇ ਵਾਬਸਤਾ ਹੁੰਦੇ ਰਹੇ, ਉਹਨਾਂ ਨਾਲ ਗੱਲਬਾਤ ਕਰਦੇ ਰਹੇ ਹੋ, ਮਸਲੇ ਹੋਣ ਚਾਹੇ ਸਿੱਖ ਸਮਾਜ ਦੇ ਮਸਲੇ ਹੋਣ, ਚਾਹੇ ਸਾਹਿਤ ਦੇ ਮਸਲੇ ਹੋਣ, ਪੰਜਾਬੀ ਭਾਸ਼ਾ ਦੀ ਗੱਲ ਹੋਵੇ, ਤੁਸੀਂ ਨਿਰੰਤਰ ਤੌਰ 'ਤੇ ਇਸ ਪ੍ਰਤੀ ਘਾਲਣਾ ਕਰਦੇ ਰਹੇ ਹੋ। ਮੈਂ ਇਹ ਜ਼ਰੂਰ ਤੁਹਾਨੂੰ ਪੁੱਛਣਾ ਚਾਹਾਂਗਾ, ਕਈ ਵਾਰ ਇੰਜ ਹੁੰਦਾ ਸੀ ਮੰਗ ਤਾਂ ਕਰ ਲੈਂਦੇ ਆ
ਉਹ ਸਾਨੂੰ ਉਹ ਚੀਜ਼ ਮਿਲ ਵੀ ਜਾਂਦੀ ਹੈ ਸਰਕਾਰ ਪਾਸੋਂ। ਜਿਵੇਂ ਕਿ ਮੈਂ ਤੁਹਾਡੇ ਧਿਆਨ ਲਈ ਸਾਨੂੰ 25 ਪੋਸਟਾਂ ਜਿਹੜੀਆਂ ਅਸਿਸਟੈਂਟ ਪ੍ਰੋਫੈਸਰ ਦੀਆਂ ਜਾਂ ਮਿਲੀਆਂ, ਜੋ ਕਿ ਕਾਲਜ ਵਿੱਚ, ਜਿਨ੍ਹਾਂ ਵਿੱਚ 15 ਬੱਚੇ ਸਾਡੇ ਸਿਲੈਕਟ ਹੋਏ, ਲੇਕਿਨ ਅਜੇ ਵੀ ਉਹ 10 ਪੋਸਟਾਂ ਸਾਡੀਆਂ ਜਿਹੜੀਆਂ ਨੇ ਨਿਰੰਤਰ ਤੌਰ ਤੇ ਪੈਂਡਿੰਗ ਪਈਆਂ ਨੇ, ਉਹਨਾਂ ਤੇ ਕੋਈ ਹਲੇ ਨਿਯੁਕਤੀ ਨਹੀਂ ਹੋਈ। ਅਸੀਂ ਮੰਗ ਤਾਂ ਲੈਂਦੇ ਹਾਂ, ਸਾਨੂੰ ਕਈ ਵਾਰ ਮਿਲ ਵੀ ਜਾਂਦਾ ਹੈ, ਪਰ ਫਿਰ ਉਸ ਨੂੰ ਸੰਭਾਲਣਾ ਸਾਨੂੰ ਨਹੀਂ ਆਉਂਦਾ। ਗੁਰੂ ਨਾਨਕ ਚੇਅਰ ਦੀ ਗੱਲ ਹੋਵੇ, ਬਾਕੀ ਸਾਰੀਆਂ ਗੱਲਾਂ ਹੋਣ, ਕਿਸ ਤਰ੍ਹਾਂ ਦੇਖਦੇ ਹੋ ਇਸ ਸਾਰੇ ਮਸਲੇ ਨੂੰ? ਦੇਖੋ, ਇਹ ਕੁਝ ਮਸਲੇ ਕੁਝ ਆਰਗੇਨਾਈਜੇਸ਼ਨਾਂ ਚੁੱਕਣਗੀਆਂ, ਕੁਝ ਮਸਲੇ ਜਿਹੜੇ ਨੇ ਉਹ ਸਾਡੀਆਂ ਕਮੇਟੀਆਂ ਨੂੰ ਚੁੱਕਣੇ ਚਾਹੀਦੇ ਨੇ। ਜਿਸ ਤਰ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਚੇਅਰ ਦੀ ਗੱਲ ਤੇ ਤੁਸੀਂ ਆਓ। ਚੇਅਰ ਦਾ ਮਸਲਾ ਜਿਹੜਾ ਸੀ, ਅਸੀਂ 300 ਸਾਲਾ ਜਦੋਂ ਜਾਗਰਤੀ ਯਾਤਰਾ ਨਿਕਲੀ ਸੀ, ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਚੇਅਰ ਵਾਸਤੇ ਬਹੁਤ ਹੀ ਸੰਘਰਸ਼ ਕੀਤਾ। ਔਰ ਉਹਦੇ ਵਿੱਚ ਉਸ ਵਕਤ ਦੇ ਗਵਰਨਰ, ਉਸ ਵਕਤ ਦੇ ਚੀਫ ਮਿਨਿਸਟਰ, ਉਸ ਦੇ ਸਾਬਕਾ ਚੀਫ ਮਿਨਿਸਟਰ ਨੇ ਸਾਨੂੰ ਇਹ ਅਸ਼ੋਰੈਂਸ ਦਿੱਤੀ ਕਿ ਇਹ ਚੇਅਰ ਐਸਟੈਬਲਿਸ਼ ਹੋ ਜਾਏਗੀ। ਲੇਕਿਨ ਬਾਅਦ ਵਿੱਚ ਉਹ ਕਈ ਕਾਰਨਾਂ ਦੇ ਕਰਕੇ ਉਹ ਚੇਅਰ ਨਹੀਂ ਐਸਟੈਬਲਿਸ਼ ਹੋ ਪਾਈ। ਲੇਕਿਨ ਅਸੀਂ ਆਪਣਾ ਐਫਰਟ ਨਹੀਂ ਛੱਡਿਆ। ਚਾਹੀਦਾ ਸੀ ਕਮੇਟੀਆਂ ਨੂੰ, ਗੁਰਦੁਆਰਾ ਕਮੇਟੀਆਂ ਨੂੰ, ਅਸੀਂ ਨਿਰੰਤਰ ਇਸ ਕੰਮ ਤੇ ਲੱਗੇ ਰਹੇ। ਉਸ ਦਾ ਨਤੀਜਾ ਇਹ ਹੋਇਆ ਕਿ ਗੁਰੂ ਨਾਨਕ ਚੇਅਰ ਐਸਟੈਬਲਿਸ਼ ਕਰਾਉਣ ਵਿੱਚ ਸਾਨੂੰ ਕਾਫੀ ਜ਼ਿਆਦਾ ਕਾਮਯਾਬੀ ਮਿਲੀ। ਔਰ ਉਹ ਚੇਅਰ ਅਸੀਂ ਜੰਮੂ ਕਸ਼ਮੀਰ ਵਿੱਚ ਜੰਮੂ ਯੂਨੀਵਰਸਿਟੀ 'ਚ ਐਸਟੈਬਲਿਸ਼ ਕਰ ਪਾਏ। ਕੁਝ ਪੈਸਾ ਵੀ ਦੇ ਦਿੱਤਾ ਗਿਆ, ਜਗ੍ਹਾ ਵੀ ਦੇ ਦਿੱਤੀ ਗਈ, ਸਭ ਕੁਝ ਹੋਇਆ। ਲੇਕਿਨ ਜਿੱਥੇ ਤੱਕ ਮੈਂ ਸਮਝਦਾ, ਉਹ ਅੱਜ ਵੀ ਉੱਥੇ ਜਿਹੜੀ ਹਾਲਾਤ ਹਨ ਨਾ, ਕੋਈ ਬਹੁਤ ਸਾਨੂੰ ਅੱਛੇ ਨਹੀਂ ਲੱਗਦੇ। ਸਾਨੂੰ ਬਿਲਕੁਲ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਇਤਿਹਾਸ ਨਾਲ ਜੁੜੀਏ, ਆਪਣੀ ਸਭਿਅਤਾ ਨਾਲ ਜੁੜੀਏ, ਆਪਣੇ ਧਰਮ ਨਾਲ ਜੁੜੀਏ ਔਰ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਇਸ ਬਾਰੇ ਜਾਗਰੂਕ ਕਰੀਏ, ਤਾਂ ਜਾ ਕੇ ਸਾਡਾ ਕੰਮ ਹੋਏਗਾ। ਇਹ ਸਿਰਫ ਕੋਈ ਇੱਕ ਇਕੱਲਾ ਬੰਦਾ, ਇਕੱਲੀ ਆਰਗੇਨਾਈਜੇਸ਼ਨ ਨਹੀਂ, ਮਿਲ ਜੁਲ ਕੇ ਜਦੋਂ ਸਾਰੇ ਕਰਾਂਗੇ ਤਾਂ ਜਾ ਕੇ ਇਹ ਕੰਮ ਜਿਹੜਾ ਇਹਦੇ ਸਾਨੂੰ ਕਾਮਯਾਬੀ ਮਿਲੇਗੀ। ਕਿਉਂਕਿ ਜਿਹੜੀ ਅਗਰ ਜਿਵੇਂ ਤੁਸੀਂ ਗੁਰੂ ਨਾਨਕ ਚੇਅਰ ਦੀ ਗੱਲ ਕੀਤੀ ਆ, ਆਮ ਤੌਰ ਤੇ ਇਹ ਦੇਖਿਆ ਜਾਂਦਾ ਕਿ ਜਿਹੜਾ ਵਿਅਕਤੀ ਇਸ ਬੰਨੇ ਜਾਣਕਾਰੀ ਨਹੀਂ ਰੱਖਦਾ, ਉਸ ਨੂੰ ਚੇਅਰ ਦੀ ਅਹਿਮੀਅਤ ਬਾਰੇ ਕੋਈ ਖਾਸ ਜਾਣਕਾਰੀ ਹੁੰਦੀ ਨਹੀਂ ਹੈ। ਤੁਸੀਂ ਆਪਣੇ ਨਿੱਜੀ ਤੌਰ ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ, ਜਿਹੜੇ ਦਰਸ਼ਕ ਤੁਹਾਨੂੰ ਇੱਕ ਬਾਣੀ ਦੇ ਮਾਧਿਅਮ ਰਾਹੀਂ ਦੇਖ ਰਹੇ ਨੇ, ਤੁਸੀਂ ਇਹ ਸਮਝਾ ਦਿਓ ਜਾਂ ਇਹ ਜਾਣਕਾਰੀ ਤੁਸੀਂ ਪ੍ਰਦਾਨ ਬਿਹਤਰ ਤੌਰ ਤੇ ਕਰ ਸਕਦੇ ਹੋ ਕਿ ਚੇਅਰ ਦੀ ਕੀ ਅਹਿਮੀਅਤ ਹੁੰਦੀ ਹੈ। ਸਿੱਖ ਸਮਾਜ ਜਾਂ ਕੁਝ ਜਿਹੜੇ ਚੁਣਿੰਦੇ ਸਾਡੇ ਜਿਹੜੇ ਖੁਜਾਰਥੀ ਵਰਗ ਜਾਂ ਚਿੰਤਕ ਵਰਗ ਦੇ ਲੋਕ ਨੇ, ਕਿਉਂ ਚੇਅਰ ਦੀ ਵਾਰ-ਵਾਰ ਮੰਗ ਕਰਦੇ ਰਹਿੰਦੇ ਨੇ? ਦੇਖੋ, ਇੱਕ ਚੇਅਰ ਐਸਟੈਬਲਿਸ਼ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਹਿਸਟਰੀ ਦੇ ਉਹ ਗੁੱਝੇ ਪਹਿਲੂ, ਉਹ ਐਸੀਆਂ ਚੀਜ਼ਾਂ ਜਿਹੜੀਆਂ ਸਮਾਜ ਦੇ ਸਾਹਮਣੇ, ਜਿਹੜੇ ਅੱਜ ਦੇ ਸਕਾਲਰਾਂ ਦੇ ਸਾਹਮਣੇ, ਅੱਜ ਦੇ ਸਟੂਡੈਂਟ ਦੇ ਸਾਹਮਣੇ ਨਹੀਂ ਆਈਆਂ, ਉਹ ਆਉਣ ਤਾਂ ਕਿ ਇਹ ਪਤਾ ਲੱਗੇ ਕਿ ਉਸ ਵਕਤ ਜਿਹੜੇ ਸਾਡੇ ਧਾਰਮਿਕ ਆਗੂ ਸਨ, ਸਾਡੇ ਗੁਰੂ ਸਨ, ਉਹਨਾਂ ਨੇ ਕਿਸ ਤਰੀਕੇ ਦੇ ਨਾਲ ਆਪਣੀ ਜਿਹੜਾ ਧਰਮ ਸੀ, ਆਪਣਾ ਜਿਹੜਾ ਉਹਨਾਂ ਦਾ ਮਿਸ਼ਨ ਸੀ, ਉਹਦੇ ਫਲਾਉਣ ਵਿੱਚ ਕੰਮ ਕੀਤਾ। ਗੁਰੂ ਨਾਨਕ ਦੇਵ ਜੀ ਦੀ ਤੁਸੀਂ ਗੱਲ ਕਰੋ, ਗੁਰੂ ਨਾਨਕ ਦੇਵ ਜੀ ਦੀ ਚੇਅਰ ਐਸਟੈਬਲਿਸ਼ ਹੋ ਗਈ। ਉਹ ਜੰਮੂ ਕਸ਼ਮੀਰ ਦੀ ਤਕਰੀਬਨ ਬਹੁਤ ਵੱਡੀ ਯਾਤਰਾ ਉਹਨਾਂ ਨੇ ਕੀਤੀ। ਪੂਰੇ ਜੰਮੂ 'ਚ ਉਹ ਨਿਕਲੇ, ਉਹ ਮਟਨ ਵੀ ਗਏ, ਉਹ ਕੈਲਾਸ਼ ਪਰਬਤ ਤੱਕ ਵੀ ਪੁੱਜੇ, ਉਹ ਕਿੱਥੇ ਅਫਗਾਨਿਸਤਾਨ ਤੱਕ ਵੀ ਪੁੱਜੇ, ਰਸ਼ੀਆ ਤੱਕ ਵੀ ਪੁੱਜੇ। ਲੇਕਿਨ ਉਹਦੇ ਵਿੱਚੋਂ ਕੀ ਉਪਲਬਧੀ ਹੋਈ, ਕੀ ਕੰਮ ਉਹਨਾਂ ਨੇ ਕੀਤਾ, ਕੀ ਸੋਚ ਉਹਨਾਂ ਨੇ ਡਿਵੈਲਪ ਕੀਤੀ, ਕਿਸ ਤਰ੍ਹਾਂ ਕੀਤਾ, ਉਸ ਤੇ ਅੱਗੇ ਅੱਜ ਦੀ ਜਨਰੇਸ਼ਨ ਨੂੰ ਕੀ ਕਰਨਾ ਚਾਹੀਦਾ ਹੈ, ਇਹ ਚੀਜ਼ਾਂ ਵਾਸਤੇ ਕੰਮ ਕਰਨ ਦੀ ਲੋੜ ਹੈ, ਜਿਹੜੀ ਕਿ ਨਹੀਂ ਹੋ ਰਹੀ। ਇਹ ਸਾਡੀ ਵੱਡੀ ਬਦਕਿਸਮਤੀ ਹੈ ਔਰ ਇਹਦੇ 'ਚ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਾਰਿਆਂ ਨੂੰ ਜੋੜ ਕੇ ਇੱਕ ਐਫਰਟ ਫਿਰ ਕਰਨਾ ਪੈਣਾ। ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਕਿ ਚੇਅਰ ਦੀ ਕੀ ਅਹਿਮੀਅਤ ਹੁੰਦੀ ਹੈ, ਕਿਸੇ ਵੀ ਚੇਅਰ ਦੇ ਵਿੱਚ ਇੱਕ ਖੁਜਾਰਥੀ ਖੋਜ ਭਰਪੂਰ ਅਤੇ ਪ੍ਰਸੰਗਿਕ ਤੌਰ ਤੇ ਚੇਅਰ ਦੇ ਉੱਤੇ ਜਿਹੜੀ ਗੱਲ ਕਰਦਾ ਹੈ, ਚਾਹੇ ਉਹ ਗੁਰੂ ਨਾਨਕ ਚੇਅਰ ਜੰਮੂ ਯੂਨੀਵਰਸਿਟੀ ਵਿੱਚ ਐਸਟੈਬਲਿਸ਼ ਹੋਈ ਹੈ, ਉਸ ਦੇ ਸੰਬੰਧੀ ਗੁਰੂ ਨਾਨਕ ਸਾਹਿਬ ਦੇ ਜੀਵਨ ਸੰਬੰਧੀ, ਰਚਨਾ ਸੰਬੰਧੀ, ਉਹਨਾਂ ਦੀ ਸਾਹਿਤਿਕਤਾ ਸੰਬੰਧੀ ਪ੍ਰਸੰਗਿਕ ਤੌਰ ਤੇ ਖੁਜਾਰਥੀ ਖੋਜ ਕਾਰਜ ਕਰਦੇ ਨੇ ਅਤੇ ਪ੍ਰਸੰਗਿਕ ਤੌਰ ਤੇ ਉਸ ਬਾਰੇ ਗੱਲ ਕਰਦੇ ਨੇ। ਮੈਂ ਅਖੀਰਲਾ ਸਵਾਲ ਤੁਹਾਨੂੰ ਪੁੱਛਾਂਗਾ, ਤੁਸੀਂ ਜੰਮੂ ਕਸ਼ਮੀਰ ਦਾ ਜਿਹੜਾ ਪੰਜਾਬੀ ਸਾਹਿਤ ਹੈ, ਪੰਜਾਬੀ ਭਾਸ਼ਾ ਮੈਂ ਖਾਸ ਤੌਰ ਤੇ ਦੇਖਾਂਗਾ, ਇਸ ਦੀ ਭਵਿੱਖ ਦੀ ਕੀ ਦਸ਼ਾ ਦੇਖਦੇ ਹੋ? ਮੈਨੂੰ ਤੇ ਜਿਹੜਾ ਪੰਜਾਬੀ ਦਾ ਭਵਿੱਖ ਜਿਹੜਾ ਇੱਥੇ ਅੱਜ ਕੱਲ੍ਹ ਜੰਮੂ ਕਸ਼ਮੀਰ ਵਿੱਚ ਹੈ, ਇਹ ਇੱਕ ਜਿਸ ਤਰ੍ਹਾਂ ਇੱਕ ਚਮਨ ਹੈ ਨਾ, ਬੜਾ ਅੱਛਾ ਫੁਲਵਾੜੀ ਖਿੱਲੀ ਹੈ, ਪਰ ਉਹਨੂੰ ਉਜਾੜ ਛੱਡ ਦਿੱਤਾ ਜਾਏ ਤੇ ਇੱਕ ਕਿਰੇ ਫੁੱਲ ਜਿਹੜਾ ਰਹਿ ਜਾਏ, ਉਹ ਹੀ ਉਮੀਦ ਤੁਹਾਡੇ ਵਾਸਤੇ ਰਹਿ ਜਾਂਦੀ ਹੈ। ਮੈਨੂੰ ਇਸ ਕਿਸਮ ਦਾ ਭਵਿੱਖ ਦਾ ਲੱਭਦਾ ਹੈ। ਪੰਜਾਬੀ ਦੀ ਗੱਲ ਕਰੋ ਤੁਸੀਂ, ਪੰਜਾਬੀ ਜਿਹੜੀ ਹੈ ਜੰਮੂ ਕਸ਼ਮੀਰ ਵਿੱਚ ਇੱਕ ਬਹੁਤ ਵੱਡੇ ਤਬਕੇ ਵਿੱਚ ਬੋਲੀ ਜਾਣ ਵਾਲੀ ਜਿਹੜੀ ਨਾ, ਉਹ ਇੱਕ ਜ਼ਬਾਨ ਹੈ। ਕਦੇ ਵੀ ਕਿਸੇ ਲੈਂਗੁਏਜ ਨੂੰ ਧਾਰਮਿਕ ਤੌਰ ਤੇ,
किसी एक रीजन के तौर पर, किसी एक क्लास के तौर पर जोड़ के नहीं देखना चाहिए, बट एक लैंग्वेज के तौर पर देखना चाहिए, ताकि उस जबान नू ज़्यादा मिल सके, बढ़ावा मिल सके, लोग ज़्यादा उहदे नाल जुड़न, लोग ज़्यादा उहदे नाल पढ़न। जिन्नियां फॉरन लैंग्वेजेस हायर एजुकेशन के इंस्टीट्यूशन, उत्थे कोई फ्रेंच पढ़ रहा है, कोई जर्मन पढ़ रहा है, कोई तो असीं अपनियां भाषा ही अगर नहीं पढ़ांगे तो बाहरलियां भाषा पढ़ के लै लांगे। इस वास्ते बहुत ज़रूरी है कि पंजाबी नू जिहड़ा ना वो उस ते ध्यान दिता जाए। लेकिन बदकिस्मती देखो कि इत्थे साढ़े सामने दो गल्लां बहुत ही स्पष्ट हैं। पहले पिछे कोई 2 साल पहले कोई 2-3 ज़बानां जिहड़ियां सन इन्हां नूं ऑफिशियल लैंग्वेज डिकलेयर किया गया। जिस तरह इत्थे जम्मू दे विच डोगरी नूं कर दिता गया, कश्मीर विच कश्मीर नूं करता गया, लद्दाख विच लद्दाख नूं कर दिता गया, लद्दाखी नूं करता गया, पंजाबी छड्ड दित्ती गई। पंजाबी क्यों छड्ड दित्ती गई? जद कि पंजाबी महाराजा रणजीत सिंह दे राज तो लैके इत्थे इतनी प्रफुल्लित लैंग्वेज है, जिहड़ा हर दूसरा बंदा जिहड़ा है वो पंजाबी बोलता है, उन्होंने छड्ड दिता गया। एक सर्वे आया, उन्हें कहा इत्थे पंजाबी दे लोग ही नहीं रहिंदे। फिर सानू अगे आके करना पिया, तो फिर असीं उन्होंने थोड़ा बहुता कोशिश करके एक जन्म नवा जन्म देने की कोशिश की कर रहे हैं। ये गुरुद्वारियां का बड़ा वड्डा रोल है कि वो पंजाबी लैंग्वेज नूं एक तो ऑफिशियल लैंग्वेज डिकलेयर करान, जिस तरह वो डिकलेयर हुई है, और नाल दे नाल इस नूं अगे अपने बच्चों नूं प्रेरित करन कि वो पंजाबी पढ़न, घरां विच पढ़न, स्कूलों विच पढ़न, स्कूलों च लाजमी पढ़े जाए। 1980 तो पहलां ते पंजाबी का एक बड़ा एक पूरा फुल फ्लैश सबजैक्ट हुंदा सी। इत्थे तक कि अंग्रेजी का पेपर आंदा सी तो उत्थे लिखिया जांदा सी कि ट्रांसलेट दी फॉलोइंग इनटू उर्दू, पंजाबी, हिंदी। तो अज जी पंजाबी है वो किधर चली गई, अज कितने अलोप हो गई। लोग तो उत्थे ही हैं। इस वास्ते पंजाबी नूं फिर एक बारी जीवित करने वास्ते सारिਆਂ ਨੂੰ मिल के एफर्ट करना चाहिए। सरकार ਨੂੰ भी साडी मदद करनी चाहिए है और लोगों ਨੂੰ भी करना चाहिए। और मैं समझदा गुरुद्वारा कमेटियां ਨੂੰ या दूसरे सोशल ग्रुप ਨੂੰ बहुत वड्डा रोल इत्थे करना पेगा, ਤਾਂ ਇੱਥੇ पंजाबी जिहड़ी है वो प्रचलित रहेगी। पंजाबी एक वैल एस्टैबलिश्ड लैंग्वेज है, गौरमेंट के 7th शेड्यूल में शामिल है, और इसनूं इत्थे जिंदा रखना पेगा। तुसीं गल कीती जिस तरह पिछे कोई लैक्चरार लगाण दी, उस वक्त भी दूसरियां लैंग्वेजेस के आर्डर हो गए, पंजाबी रह गई। बड़ी दौड़ मारनी पई, दौड़ मार करके फिर इसका आर्डर कराना पिया, आर्डर करा के फिर कुछ बच्चे लगे। अज भी अगर पोस्टां खाली हैं, कारण यह है कि पंजाबी की पढ़न वालों की भी डिमांड चाहिए है। घरां विच भी पंजाबी पढ़ाइए, गुरुद्वारियां विच भी पंजाबी पढ़ाइए। देखो, अगर असीं अपनी जिहड़ी भाषा है उन्होंने पूरी तौर पर नहीं पढ़ांगे, पूरी तौर पर नहीं समझांगे, ट्रांसलेटिड किताबां पढ़ांगे, तो जिहड़े असली मतलब हैं वो ही रह जाणगे। असीं गुरबाणी नूं भी नहीं समझ पावांगे, धर्म नालों टुट जाएंगे। इस वास्ते पंजाबी नूं जिंदा करना, जिंदा रखना और इसनूं चालू करा के रखना, ये साडा पहला फर्ज होना चाहिए। सो दर्शकों, ये सन डॉक्टर सचवंत सिंह जी, जिन्होंने बड़े बखूबी नाल जिहड़ा कि पाकिस्तान अधीन जम्मू कश्मीर खेत्र विचों ਜਿਹੜੇ ਲੋਕ ਉਜੜ ਕੇ ਆਏ ਨੇ ਉਹਨਾਂ ਦੇ ਪੁਨਰ ਵਸੇਬੇ ਲਈ ਜੋ ਅੰਥਕ ਕਾਰਜ ਕਰ ਰਹੇ ਨੇ, ਨਿਰੰਤਰ ਤੌਰ ਤੇ ਸਰਕਾਰ ਨਾਲ ਇਹ ਰਾਬਤਾ ਕਰ ਰਹੇ ਨੇ ਤਾਂ ਕਿ ਉਹਨਾਂ ਦੀ ਆਰਥਿਕ ਪੁਨਰ ਵਸੇਬੇ ਦੀ ਗੱਲ ਨੂੰ ਸਿਰੇ ਚਾੜਿਆ ਜਾ ਸਕੇ। ਉੱਥੇ ਹੀ ਬੜੇ ਬਖੂਬੀ ਢੰਗ ਨਾਲ ਇਹਨਾਂ ਨੇ ਗੁਰੂ ਨਾਨਕ ਚੇਅਰ ਨੂੰ ਲੈ ਕੇ ਜੰਮੂ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਦੇ ਭਵਿੱਖ ਨੂੰ ਲੈ ਕੇ ਗੱਲ ਕੀਤੀ ਹੈ। ਇੱਕ ਬਾਣੀ ਦੀ ਸਮੁੱਚੀ ਟੀਮ ਇਹਨਾਂ ਦਾ ਜਿੱਥੇ ਧੰਨਵਾਦ ਕਰਦੀ ਹੈ, ਉੱਥੇ ਹੀ ਇੱਕ ਹੋਰ ਸ਼ਖਸੀਅਤ ਦੇ ਅਸੀਂ ਤੁਹਾਨੂੰ ਜਲਦ ਹੀ ਰੂਬਰੂ ਕਰਾਂਗੇ। ਤਾਂ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।